नमस्कार, मैं हूं दिशा सेठी और आप देख रहे हैं पब्लिक दिलासा चैनल की ये खास रिपोर्ट। आज हम आपको बताएंगे कि देश में चल रहे 3 कृषि ऑर्डिनेंस बिल के विरोध में किसान जहां आंदोलन कर रहे हैं, वहीं आपका ये जानना भी जरूरी है कि आखिर ये बिल है क्या। इस बारे में हमारे संवाददाता ने पंजाब के पूर्व डिप्टी स्पीकर प्रोफेसर दरबारी लाल से खास बातचीत की। सुनिए क्या कहते हैं प्रोफेसर दरबारी लाल। जी, मैं पब्लिक दिलासा चैनल तो राजेश अरोड़ा बोल रहे हैं। प्रोफेसर दरबारी लाल जी बोल रहे हैं जी। प्रोफेसर, सब तो पहले तो मैं जानना चाहना कि जेड़ा कल हरसिमरत कौर जी ने अस्तीफा दिता है और उस कृषि ऑर्डिनेंस के मुद्दे ਨੂੰ ਲੈ ਕੇ ਤੇ कृषि ऑर्डिनेंस ਦਾ मुद्दा आखिर है की? गवर्नमेंट ऑफ इंडिया ने जी 3 अध्यादेश ਜਿਹੜੇ ਸਨ ਉਹ ਪਾਸ ਕਰਵਾਏ ਹੈ जी ਜਿਹੜੇ ਕਿ ਸਟੇਟ ਸਬਜੈਕਟ ਹੈ जी। ਇਹ ਜਿਹੜਾ ਅਨਾਜ ਹੈ ਇਹ ਸਟੇਟ ਦਾ ਸਬਜੈਕਟ ਹੈ, ਸੈਂਟਰ ਦਾ ਨਹੀਂ जी ਜੀ। ਇਹਦਾ ਮਤਲਬ ਇਹ ਹੈ ਕਿ ਜਿਹੜਾ ਫੈਡਰਲ ਢਾਂਚਾ ਹੈ ਇੰਡੀਆ ਦਾ, ਇਹਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਡਾਇਰੈਕਟ ਇੰਟਰਫੀਅਰੈਂਸ ਹੈ जी ਔਰ ਜਿਹੜੀਆਂ ਮੂਲ ਭਾਵਨਾਵਾਂ ਨੇ ਫੈਡਰਲ ਢਾਂਚੇ ਦੀਆਂ ਉਹਨਾਂ ਦਾ ਪੂਰਾ ਉਲੰਘਣ ਹੈ जी। ਉਹਨਾਂ ਦਾ ਮਕਸਦ ਇਹ ਹੈ ਕਿ ਕੋਈ ਵੀ ਕਿਸਾਨ ਆਪਣੀ ਫਸਲ ਨੂੰ ਇੰਡੀਆ ਦੇ ਕਿਸੇ ਹਿੱਸੇ ਵਿੱਚ ਵੇਚਣਾ ਚਾਹੇ ਤੇ ਵੇਚ ਸਕਦਾ ਹੈ जी ਪਰ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਨੇ जी। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ 4000 ਦੇ ਕਰੀਬ ਮੰਡੀ ਹੈ ਜਿਨ੍ਹਾਂ ਦੇ ਵਿੱਚ ਸਾਡੇ ਮੁਲਾਜ਼ਮ ਹਨ ਔਰ ਪੂਰਾ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਅਸੀਂ ਨਿਰਮਾਣ ਕਰਕੇ ਦਿੱਤਾ ਔਰ ਪਿਛਲੇ 50 ਸਾਲ ਤੋਂ ਲਗਾਤਾਰ ਬੜੇ ਖੂਬਸੂਰਤ ਤਰੀਕੇ ਨਾਲ ਸਾਰਾ ਕੰਮ ਚੱਲ ਰਿਹਾ ਹੈ जी ਦੂਸਰੀ ਗੱਲ ਇਹਦੇ ਵਿੱਚ ਇਹ ਹੈ ਕਿ ਪੰਜਾਬ ਸਰਕਾਰ ਹੀ ਨਹੀਂ ਬਲਕਿ ਬਾਕੀ ਸਰਕਾਰਾਂ ਵੀ ਜਿਹੜੀਆਂ ਪ੍ਰਦੇਸ਼ਿਕ ਨੇ ਉਹ ਸੈਸ ਲੈਂਦੀਆਂ, ਕੋਈ ਡਿਵੈਲਪਮੈਂਟ ਫੀਸ ਲੈਂਦੀਆਂ ਜਾਂ ਕਿਸੇ ਤਰ੍ਹਾਂ ਦੀ ਹੋਰ ਲੈਵੀ ਲੈਂਦੀਆਂ। ਅਗਰ ਇਹ ਕਰ ਦਿੱਤਾ ਜਾਏ ਤੇ ਪੂਰਾ ਮੰਡੀਕਰਨ ਜਿਹੜਾ ਬੋਰਡ ਹੈ ਉਹਦੀ ਅਹਿਮੀਅਤ ਖਤਮ ਹੋ ਜਾਏਗੀ ਔਰ ਸਾਰਾ ਕਿਸਾਨ ਜਿਹੜਾ ਹੈ ਉਹ ਵੱਖੋ ਵੱਖ ਜਗ੍ਹਾ ਤੇ ਉਹਨੂੰ ਆਪਣੀ ਫਸਲ ਵੇਚਣੀ ਪਏਗੀ जी। ਦੂਸਰੀ ਗੱਲ ਇਹ ਹੈ ਕਿ 1978 ਵਿੱਚ MSP ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਸੀ ਕਣਕ ਦੀ ਔਰ ਚਾਵਲ ਦਾ ਫੈਸਲਾ ਕੀਤਾ ਗਿਆ जी ਪੰਜਾਬ ਸਰਕਾਰ ਜਿਸ ਵੇਲੇ ਕਿਸਾਨ ਆਪਣੀ ਫਸਲ ਲੈ ਕੇ ਆਉਂਦਾ ਹੈ, ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਜ਼ਮਾਨਾ ਦੇਖਿਆ जी ਕਿ ਫਸਲ ਲੈ ਕੇ ਬੋਰੀ ਦੇ ਅੰਦਰ ਜਿਸ ਵੇਲੇ ਬੰਦ ਕਰ ਲੈਂਦੇ ਸਨ 8 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਪੇਮੈਂਟ ਕਰ ਦਿੱਤੀ ਜਾਂਦੀ ਸੀ। जी ਇਸੇ ਤਰ੍ਹਾਂ ਅਕਾਲੀ ਸਰਕਾਰ ਦੇ ਵੇਲੇ ਵੀ 5-4 ਦਿਨਾਂ ਦੇ ਵਿੱਚ ਪੇਮੈਂਟ ਕਰ ਦਿੱਤੀ ਜਾਂਦੀ ਸੀ जी ਤੋਂ ਕਿਸਾਨ ਮੰਡੀ ਵਿੱਚ ਫਸਲ ਲੈ ਕੇ ਆਉਂਦਾ ਸੀ ਔਰ ਉਸੇ ਵੇਲੇ ਉਹਨੂੰ ਪੇਮੈਂਟ ਹੋ ਜਾਂਦੀ ਸੀ। ਉਹਨੇ ਜਿਹਦੇ ਪੈਸੇ ਦੇਣੇ ਹੁੰਦੇ ਸੀ ਅੱਗੇ ਜਾ ਕੇ ਦੇ ਦਿੰਦਾ ਸੀ ਔਰ ਅਗਲੇ ਸਾਲ ਦੀ ਫਸਲ ਵਾਸਤੇ ਤਿਆਰੀ ਕਰ ਲੈਂਦਾ ਹੈ। ਅਗਰ ਇਹ ਸਾਰੇ ਮੁਲਕ ਦੇ ਅੰਦਰ ਵੇਚਣ ਦਾ ਫੈਸਲਾ ਹੋਇਆ ਤੇ ਇਹ ਦੂਜੀਆਂ ਕਾਰਪੋਰੇਟ ਸੈਕਟਰ ਨਾਲ ਇਹਨਾਂ ਨੂੰ ਕਰਾਰਨਾਮਾ ਕਰਨਾ ਪਏਗਾ जी ਇਹ ਸਾਡੀ ਅਸੀਂ ਕੋਈ ਨਾ ਅਮਰੀਕਾ ਹੈ, ਨਾ ਅਸੀਂ ਆਸਟ੍ਰੇਲੀਆ, ਨਾ ਅਸੀਂ ਕੈਨੇਡਾ। ਉੱਥੇ 2000 ਏਕੜ ਤੋਂ ਲੈ ਕੇ 25000 ਏਕੜ ਤੱਕ ਲੋਕਾਂ ਕੋਲ ਫਸਲ ਜ਼ਮੀਨ ਹੈ ਜਿੱਥੇ ਉਹ ਫਸਲ ਬੀਜਦੇ ਨੇ। ਉੱਥੇ ਆਬਾਦੀ ਜਿਹੜੀ ਕ੍ਰਿਸ਼ੀ ਖੇਤਰ ਵਿੱਚ ਹੈ ਉਹ ਬਹੁਤ ਘੱਟ ਹੈ जी ਸਾਡੇ ਹਿੰਦੁਸਤਾਨ ਦੇ ਵਿੱਚ 60% ਲੋਕ ਕ੍ਰਿਸ਼ੀ ਦੇ ਉੱਤੇ ਉਹਨਾਂ ਦਾ ਜੀਵਨ ਆਧਾਰਿਤ ਹੈ। ਸਾਡੇ ਪੰਜਾਬ 'ਚ 20 ਲੱਖ ਕਿਸਾਨ ਹੈ ਤੇ 20 ਲੱਖ ਹੀ ਮਜ਼ਦੂਰ ਹੈ ਜਿਹੜਾ ਉਹਨਾਂ ਦੇ ਨਾਲ ਕੰਮ ਕਰਦਾ ਹੈ। 40 ਲੱਖ ਆਦਮੀ ਇਹਦੇ 'ਚ ਇਨਵੋਲਵ ਹੈ जी ਔਰ ਅਸੀਂ ਇੰਡੀਆ ਨੂੰ ਸਪਲਾਈ ਕਰਦੇ ਰਹੇ ਹਾਂ। ਅੱਛਾ, ਅਗਰ ਇਹ ਕਰਾਰਨਾਮੇ ਜਦੋਂ ਤੁਸੀਂ ਕਰੋਗੇ ਤੇ ਕਰਾਰਨਾਮੇ 'ਚ ਝਗੜਾ ਪੈ ਜਾਏ ਤੇ ਮਾਫ ਰੱਖਣਾ ਝਗੜੇ ਨੂੰ ਨਿਪਟਾਏਗਾ ਕਿਹੜਾ? जी ਅੱਜ ਕੋਰਟ 'ਚ ਕੇਸ ਚਲਾ ਗਏ 15 ਸਾਲ ਕੇਸ ਖਤਮ ਹੀ ਨਹੀਂ ਹੁੰਦਾ। जी ਅਸਲ ਦੇ ਵਿੱਚ ਜਿਸ ਤਰ੍ਹਾਂ ਗਵਰਨਮੈਂਟ ਆਫ ਇੰਡੀਆ ਨੇ ਇਹ ਜਹਾਜ਼ ਵੇਚ ਦਿੱਤੇ, ਹਵਾਈ ਅੱਡੇ ਵੇਚ ਦਿੱਤੇ, ਰੇਲਵੇ ਵੇਚ ਦਿੱਤੀ, जी LIC ਵੇਚ ਦਿੱਤੀ, ਇਸੇ ਤਰ੍ਹਾਂ ਇਹ ਟੋਟਲ ਜਿਹੜੇ ਖਾਦਿਆਨੇ ਹੈ ਉਹਨਾਂ ਨੂੰ ਵੇਚੀ ਜਾ ਰਹੇ ਨੇ। जी ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ ਜੀ ਕਿ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਜਾਂ ਅਨਾਜ ਜਿਹੜਾ ਹੈ ਉਹਨੂੰ ਫੈਕਟਰੀ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। जी ਅਸੀਂ ਸਾਈਕਲ ਤੋਂ, ਗੱਡੀ ਤੋਂ ਬਗੈਰ ਰਹਿ ਸਕਦੇ ਹਾਂ, ਟੈਲੀਵਿਜ਼ਨ ਤੋਂ ਬਗੈਰ ਰਹਿ ਸਕਦੇ ਹਾਂ, ਪਰ ਖਾਣ ਪੀਣ ਦੀਆਂ ਚੀਜ਼ਾਂ ਤੋਂ ਬਗੈਰ ਨਹੀਂ ਰਹਿ ਸਕਦੇ। जी ਜਿਸ ਤਰ੍ਹਾਂ ਪਾਣੀ ਹੈ, ਹਵਾ ਹੈ, ਇਹਦੇ ਬਗੈਰ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਅਨਾਜ ਤੋਂ ਬਗੈਰ
नहीं रह सकते। जी। ਇਹਦਾ ਮਤਲਬ ਹੈ ਕਿ ਇਹ ਜਿਹੜੇ ਵੱਡੇ ਵੱਡੇ ਦੌਲਤਮੰਦ ਨੇ ਉਹ ਕਿਸਾਨਾਂ ਕੋਲ ਆਉਣਗੇ, ਲਿਆਓ ਜੀ ਸਾਡੇ ਨਾਲ ਐਗਰੀਮੈਂਟ ਕਰੋ, ਉਹ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਦੇਣਗੇ। ਮੈਨੂੰ ਦੱਸੋ ਤੁਸੀਂ ਵਪਾਰੀ ਸਸਤੇ ਭਾਅ ਜਾਂ ਠੀਕ ਭਾਅ ਤੇ ਕਿਉਂ ਵੇਚੇਗਾ? ਜੀ। ਹਰ ਵਪਾਰੀ ਜਿਹਨੇ ਅਰਬਾਂ ਰੁਪਈਆ ਲਾਣਾ ਹੈ ਉਹ ਜੀ। ਮਹਿੰਗੀ ਚੀਜ਼ ਵੇਚੇਗਾ। ਇਕੱਲਾ ਕਿਸਾਨਾਂ ਦਾ ਨੁਕਸਾਨ ਨਹੀਂ ਹੋ ਰਿਹਾ, ਜੀ। ਇਹ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਬੜੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। ਇਸ ਕਰਕੇ ਇਸ ਜਿਹੜਾ ਇਹਨਾਂ ਨੇ ਬਿੱਲ ਲਿਆ ਇਹਨੂੰ ਵਾਪਸ ਲੈਣਾ ਚਾਹੀਦਾ ਹੈ। ਇਹ ਨਾ ਮੁਲਕ ਦੇ ਹੱਕ 'ਚ ਹੈ, ਨਾ ਇਹ ਕਿਸਾਨਾਂ ਦੇ ਹੱਕ 'ਚ ਹੈ। ਡਾਕਟਰ ਸਾਹਿਬ, ਇੱਕ ਚੀਜ਼ ਤੁਹਾਡੇ ਕੋਲ ਹੋਰ ਜਾਣਨਾ ਚਾਹੁੰਦੇ ਆ। ਤੁਸੀਂ ਬੜੀ ਡਿਟੇਲ 'ਚ ਦੱਸਿਆ ਕਿ ਕ੍ਰਿਸ਼ੀ ਆਰਡੀਨੈਂਸ ਨੂੰ ਲੈ ਕੇ ਕੀ ਇਹ ਕਿਸਾਨਾਂ ਦੇ ਹੱਕ 'ਚ ਨਹੀਂ ਔਰ ਇਹਨੂੰ ਵਾਪਸ ਲੈ ਕੇ ਜਾਣਾ ਚਾਹੀਦਾ ਕੇਂਦਰ ਸਰਕਾਰ ਨੂੰ। ਜਿਹੜਾ ਅਕਾਲੀ ਦਲ ਦੀ ਵੱਲੋਂ ਮੰਤਰੀ ਸੀ ਹਰਸਿਮਰਤ ਕੌਰ, ਹੁਣ ਉਹਨਾਂ ਨੇ ਯੂ ਟਰਨ ਲੈ ਕੇ ਤੇ ਆਪਣੇ ਕੈਬਨਿਟ ਮੰਤਰੀ ਪਦ ਤੋਂ ਅਸਤੀਫਾ ਦੇ ਦਿੱਤਾ ਹੈ, ਯਾਨੀ ਕਿ ਕਿਸਾਨਾਂ ਦੇ ਨੂੰ ਦੀ ਜਿਹੜੀ ਇੱਕ ਮੰਗ ਸੀ ਉਹਨੂੰ ਸਮਰਥਨ ਦਿੱਤਾ ਉਹਨਾਂ ਨੇ। ਤੇ ਤੁਸੀਂ ਇਹਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ ਗੱਲ ਇਹ ਹੈ ਕਿ ਇਹਦਾ ਫਰਜ਼ ਇਹਨਾਂ ਦਾ ਇਹ ਬਣਦਾ ਸੀ। ਇਹ 3 ਮਹੀਨੇ ਪਹਿਲੇ ਦੀ ਗੱਲ ਹੈ ਜਦੋਂ ਉਹ ਆਰਡੀਨੈਂਸ ਲਿਆਏ। ਜੀ। ਪਹਿਲੇ ਤੇ ਆਰਡੀਨੈਂਸ ਲਿਆਉਣੇ ਨਹੀਂ ਸੀ ਚਾਹੀਦੇ ਕਿਉਂਕਿ 3 ਮਹੀਨਿਆਂ ਬਾਅਦ ਪਾਰਲੀਮੈਂਟ ਆਉਣ ਵਾਲੀ ਦਾ ਸੈਸ਼ਨ ਲੱਗਣ ਵਾਲਾ ਹੈ। ਜੀ। ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੋਵੇ ਤੇ ਆਰਡੀਨੈਂਸ ਦੀ ਲੋੜ ਨਹੀਂ ਹੁੰਦੀ, ਉਹਨੂੰ ਪਾਰਲੀਮੈਂਟ ਦੇ ਅੰਦਰ ਲਿਆ ਕੇ ਬਹਿਸ ਕਰਨੀ ਚਾਹੀਦੀ ਹੈ। ਜੀ। ਦੂਜੀ ਗੱਲ ਇਹ ਹੈ ਕਿ ਇਹ 3 ਮਹੀਨੇ ਅਕਾਲੀ ਦਲ ਨੂੰ ਜਾਂ ਬਾਕੀ ਲੋਕਾਂ ਨੂੰ ਉਹਦੇ ਉੱਤੇ ਕੋਸ਼ਿਸ਼ ਕਰਨੀ ਚਾਹੀਦੀ ਸੀ ਗੌਰਮੈਂਟ ਨੂੰ ਸਮਝਾਉਣ 'ਚ ਕਿ ਇਹ ਜਿਹੜਾ ਫੂਡ ਐਕਟ ਤੁਸੀਂ ਲਿਆ ਰਹੇ ਹੋ ਇਹ ਬਿਲਕੁਲ ਗਲਤ ਹੈ, ਇਹਦੇ ਵਿੱਚ ਅਮੈਂਡਮੈਂਟ ਕਰਨੀ ਚਾਹੀਦੀ ਹੈ। ਜੀ। ਉਸ ਵੇਲੇ ਅਕਾਲੀ ਦਲ ਨੇ ਮਿਹਨਤ ਨਹੀਂ ਕੀਤੀ। ਜੀ। ਪਰ ਚਲੋ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਹੈ, ਦੇਰ ਨਾਲ ਦਿੱਤਾ ਹੈ, ਪਰ ਸਹੀ ਦਿੱਤਾ, ਉਹਨੇ ਉਚਿਤ ਫੈਸਲਾ ਕੀਤਾ ਹੈ। ਇਹਦੇ ਨਾਲ ਉਹਨਾਂ ਦੀ ਸ਼ਾਨ ਵੀ ਬਚ ਜਾਏਗੀ ਤੇ ਅਕਾਲੀ ਦਲ ਵਿੱਚ ਜਾਨ ਵੀ ਬਚ ਜਾਏਗੀ। ਤੇ ਅਸਲ 'ਚ ਵੋਟ ਬੈਂਕ ਹੈ, ਉਹ ਨੈਚੁਰਲੀ ਕਿਸਾਨਾਂ ਵਾਸਤੇ ਕੁਛ ਤੇ ਉਹਨਾਂ ਨੂੰ ਕਰਨਾ ਪਏਗਾ। ਜੇ ਪਾਰਲੀਮੈਂਟ ਦੇ ਅੰਦਰ ਬਹਿ ਕੇ ਉੱਥੇ ਵੋਟ ਉਹਨਾਂ ਦੇ ਖਿਲਾਫ ਪਾਉਂਦੇ ਤੇ ਫਿਰ ਪਾਰਲੀਮੈਂਟ ਦੇ ਮੈਂਬਰ ਵੀ ਬਣੇ ਰਹਿੰਦੇ। ਇਹ ਦੋ ਗੱਲਾਂ ਚੱਲ ਨਹੀਂ ਸਕਦੀਆਂ। ਤਾਂ ਉਹਨਾਂ ਨੇ ਠੀਕ ਕੀਤਾ, ਅਸਤੀਫਾ ਦੇ ਕੇ ਉਹ ਬਾਹਰ ਆ ਗਏ। ਪਰ ਇਹ ਜੀ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਕੈਪਟਨ ਅਮਰਿੰਦਰ ਸਿੰਘ ਹਰਾ 28 ਅਗਸਤ ਨੂੰ ਸੈਸ਼ਨ ਬੁਲਾ ਕੇ ਪੰਜਾਬ ਦਾ ਅਸੈਂਬਲੀ ਦਾ ਉਹਦੇ ਵਿੱਚ ਇਹ ਪਾਸ ਕਰਵਾ ਦਿੱਤਾ ਕਿ 3 ਆਰਡੀਨੈਂਸ ਜਿਹੜੇ ਸਾਡੇ ਐਗਰੀਕਲਚਰ ਦੇ ਨਾਲ ਸੰਬੰਧਿਤ ਨੇ ਅਸੀਂ ਇਹਨਾਂ ਨੂੰ ਰਿਜੈਕਟ ਕਰ ਦਿੰਦੇ ਹਾਂ। ਅਸੀਂ ਇਹਨਾਂ ਨੂੰ ਬਿਲਕੁਲ ਮੰਨਣ ਵਾਸਤੇ ਤਿਆਰ ਨਹੀਂ ਕਿਉਂਕਿ 3 ਕਿਸਾਨ ਵਿਰੋਧੀ ਨੇ, ਕਾਨਸਟੀਟਿਊਸ਼ਨ ਵਿਰੋਧੀ ਨੇ, ਲੋਕਾਂ ਦੇ ਵਿਰੋਧੀ ਨੇ, ਲੋਕਾਂ ਦੇ ਹਿੱਤ ਨਹੀਂ ਹੈਗੇ। ਇਸ ਕਰਕੇ ਅਸੀਂ ਨਹੀਂ ਮੰਨਦੇ। ਤਾਂ ਕੈਪਟਨ ਅਮਰਿੰਦਰ ਸਿੰਘ ਆਪਣੀ ਦੂਰਦਰਸ਼ਤਾ ਦਾ ਸਬੂਤ ਪੇਸ਼ ਕੀਤਾ ਹੈ ਔਰ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਲੋੜ ਪਈ ਅਸੀਂ ਸੁਪਰੀਮ ਕੋਰਟ ਵਿੱਚ ਵੀ ਜਾਵਾਂਗੇ। ਲਾਸਟ ਪ੍ਰਸ਼ਨ ਪ੍ਰੋਫੈਸਰ ਸਾਹਿਬ, ਤੁਹਾਡਾ ਬੜਾ ਲੰਬਾ ਰਾਜਨੀਤੀ 'ਚ ਅਨੁਭਵ ਹੈ, ਸੋ ਸਾਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਇੰਨੀ ਦੇਰ ਬਾਅਦ ਯੂ ਟਰਨ ਲਿੱਤਾ ਗਿਆ ਅਕਾਲੀ ਦਲ ਵੱਲੋਂ, ਇਹ ਕਿਤੇ ਨਾ ਕਿਤੇ ਰਾਜਨੀਤੀ ਨੂੰ ਮੁੱਖ ਰੱਖ ਕੇ ਹੀ ਲਿੱਤਾ ਗਿਆ? ਦੇਖੋ ਪੋਲੀਟੀਕਲ ਜਿਹੜਾ ਆਦਮੀ ਹੈ ਉਹਨੇ ਪੋਲੀਟੀਕਲ ਇੰਟਰਸਟ ਤੇ ਆਪਣੇ ਵਾਚ ਕਰਨੇ ਹੈ। ਤੁਸੀਂ ਉਹਨੂੰ ਕਹੋ ਕਿ ਪੋਲੀਟੀਕਲ ਆਦਮੀ ਆਪਣੇ ਇੰਟਰਸਟ ਵਾਚ ਨਾ ਕਰੇ, ਕਿਵੇਂ ਹੋ ਸਕਦਾ ਹੈ? ਤਾਂ ਜਿਸ ਵੇਲੇ ਉਹਨਾਂ ਦੇਖਿਆ ਕਿ ਅਕਾਲੀ ਦਲ ਦੀ ਸਾਖ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ ਤਾਂ ਨੈਚੁਰਲੀ ਉਹਨਾਂ ਨੇ ਅਸਤੀਫਾ ਦੇ ਦਿੱਤਾ। ਅਸਤੀਫਾ ਦੇ ਕੇ ਬਾਹਰ ਆ ਗਏ ਹੈ। ਹੁਣ ਕਮ ਸੇ ਕਮ ਉਹ ਲੋਕਾਂ ਨੂੰ ਜਾ ਕੇ ਤੇ ਕਹਿ ਸਕਦੇ ਹੈ ਕਿ ਮੈਂ ਅਕਾਲੀਆਂ ਦੇ ਹਿੱਤ ਵਿੱਚ, ਕਿਸਾਨਾਂ ਦੇ ਹਿੱਤ ਵਿੱਚ ਅਸਤੀਫਾ ਦੇ ਕੇ ਆ ਗਈ ਹਾਂ। मैं एडी बड़ी सरकार जड़ी है वो छड़ दी थी। जी धन्यवाद जी, धन्यवाद। आपने सुना कि पूर्व डिप्टी स्पीकर प्रोफेसर दरबारी लाल ने 3 कृषि ऑर्डिनेंस बिल पर विस्तार पूर्वक जानकारी दी और इससे होने वाले नुकसान के बारे में भी खुलासा किया। मगर हम आपको बता दें कि इस बिल को लेकर पंजाब में बवाल मचा हुआ है। हर पार्टी किसानों को अपना हितैषी बता रही है, मगर जब बात किसानों के द्वारा किए जा रहे विरोध पर समर्थन करने की होती है तो केवल राजनीति ही नजर आती है। जो अकाली दल एनडीए का हिस्सा बन इस ऑर्डिनेंस के समर्थन में था, आज राजनीति में गिरती साख को देखते हुए राजनीति में यू टर्न ले एनडीए के फैसले के खिलाफ चल पड़ा है और किसानों का हितैषी होने की बात कह मंत्रिमंडल से बाहर आ गया है। हरसिमरत कौर के इस्तीफे के बाद जहां अकाली दल ये कह रहा है कि किसानों के हितैषी होने के कारण ही
मंत्रिमंडल से बाहर आना उचित समझा। वही कांग्रेस के नेता इसे राजनीतिक ड्रामा कह रहे हैं और किसान बेचारे यही अपील कर रहे हैं कि सभी राजनीतिज्ञ एक मंच पर आकर वास्तव में उनके साथ खड़े होकर इस बिल का विरोध करें। इस मुद्दे को लेकर जब अमृतसर कांग्रेस के नेताओं से हमारे चैनल के संवाददाता राजेश अरोड़ा ने बात की तो सुनिए क्या कहते हैं अमृतसर के कांग्रेसी नेतागण। अच्छा, तो राजेश अरोड़ा बोल रहे हैं, सुनील दत्ती जी बोल रहे हैं। हाँ जी राजेश जी नमस्कार जी, मैं सुनील दत्ती। हाँ दत्ती जी, एक ਜਿਹੜਾ ਕੱਲ ਦੇਰ ਰਾਤ ਅਸਤੀਫਾ ਦਿੱਤਾ ਗਿਆ ਹਰਸਿਮਰਤ ਕੌਰ ਕੈਬਨਿਟ ਮੰਤਰੀ ਦੁਆਰਾ, ਤੁਸੀਂ ਇਹਨੂੰ ਕਿਸ ਤਰ੍ਹਾਂ ਲੈ ਰਹੇ ਹੋ? ਆਲਰੇਡੀ ਜਲਦੀ ਅਸਤੀਫਾ ਮਨਜ਼ੂਰ ਵੀ ਹੋ ਗਿਆ, ਤੁਹਾਡੀ ਕੀ ਪ੍ਰਤੀਕਿਰਿਆ ਹੈ ਇਸ ਅਸਤੀਫੇ ਤੋਂ ਬਾਅਦ? सब मिले मिलाए मेरे प्रोग्राम है जी, तय प्रोग्राम है बीजेपी अकाली दल से है। ये ऑर्डीनेंस जो लिया गया सी अकाली दल ने उदों ही इसका विरोध करना चाहिए। तो भी हक च बोले ऑर्डीनेंस वाले जी। देखो पंजाब का किसान वो आ जिन्हें 2.5% रकबा है जी जी, 2.5% आबादी है पंजाब की जी। और असी ग्रीन रेवोल्यूशन उस वेले लिया जो चाइना अमेरिका ने साड़ी कणक बंद करने की धमकी दी 1965 की वार तो बाद जी। और किसानों ने ग्रीन रेवोल्यूशन लिया, इतने नहरों के जाल बिछाए गए जी। और अनाज के भंडार भर दिते किसान ने। अज साडा देखो सब तो वड्डी मैं समझदा साडे लई इस तो ज्यादा घातक की हो सकता, साडा पानी पंजाब का खत्म कर दिता इस झोने ने जी। और असी देश की अपने पंजाब का सोना कढ़ के थल्लियों जी। और अज ये सिला दिता किसान नूं और सानू पंजाबियों नूं जी। असी MSP खत्म कर देनी है, किसानी खत्म कर देनी है। यारो इस तरह भी चलता, कभी किसान जेड़ा सारा 2-2 एकड़ का मालिक रह गया, 3-3, 4-4, 5-5 एकड़ का मालिक रह गया जी। इस तरीके ना अज जी पा रहा मोदी साहब। वो तुसीं देखिया आत्म हत्या किसान करन दे करजाई किसान होया पिया जी। और तुसीं अज पंजाब की जो दशा आ सानू कोई वखरा पैकेज देने की बजाय तो पंजाब का यह भी हक हो के अज साबित कर दिता कि बीजेपी किसान मारू पार्टी है और अकाली दल ने डट के बीजेपी का साथ दिता। इस मैं कोई भी दो राय नहीं है मेरे इस कथन दे विच। पंजाब नूं बर्बाद करके झोने की फसल उगा के पेस्टिसाइड मैक्सीमम पा के जमी ते जी। और सानू कित्थों अज कित्थे पहुंचा दिता किसान ने। और देखो अज मोदी साहब ने फैसला करके अज पंजाब के हर किसान नूं किसान देखो कला किसान नहीं जी, एक मिनट लवांगा तुहाडा जी जी। किसान नहीं कला, किसान के नाल रिलेटेड कई बिजनेस ने। मैं जे एक MLA शहर का तो शहर के विच मैं कोई झोना कणक नहीं बीजनी जी, पर जेड़ा किसान 72% साडा खेतीबाड़ी पर निर्भर करता हिंदुस्तान जी। जेड़ा पैसा वो फसलां उगा के बेच के जो मंडियां च शहरां च आंदे ने, कारोबार चलते ने, रोजगार मिलते ने। और इस करके मैं कहांगा कि मोदी साहब ये बहुत वड्डा धक्का कीता तुसीं देश में, पंजाब में नहीं सारे देश के किसानों के नाल। और कांग्रेस पार्टी डट के खड़ी है जी। दत्ती जी मैं एक प्रश्न जानना चाहना, जिस तरह परमिंदर ढिंडसा जी ने कहा है कि इन्हां नूं शीशा दिखाया गया अकाली दल नूं बीजेपी वालों, तुहाडा की कहना है? उन्होंने लोड़ ही नहीं जी इन्हां दी जी। वो तो समझदे कख नहीं इन्हां नूं। ये ते जान के मगर लगे हैं ना जी जी। वो तो परवाह ही नहीं करते क्योंकि जिड्डी जल्दी इस्तीफा मंजूर होया वा, रात इस्तीफा दिता नाल ही मंजूर हो गया। इस तो यह गल साबित होती है कि बीजेपी नूं अकाली दल की लोड़ नहीं। कोई वेट नहीं जी हमारी नजर से इन्हां दा जी। जी धन्यवाद जी, धन्यवाद। नमस्कार जी, मैं पब्लिक दिलासा चैनल तो राजेश अरोड़ा बोल रहा। मेयर करमजीत सिंह रिंटू जी बोल रहे हैं। जी अरोड़ा जी। हाँ मेयर साहब, एक चीज जिहड़ा हरसिमरत कौर जी ने कल रात इस्तीफा दिता वै और एडी जल्दी इस्तीफा मंजूर भी हो गया, क्या लगता जी कि इस तरह गठबंधन का एक तरेड़ वाला काम है एडी जल्दी इस्तीफा मंजूर होना? देखो ट्रेड तो बहुत पहला भी आ चुकी है, सिर्फ ये उभर के बाहर होना ही है। जितों तक इस्तीफा देने की गल है, ये एक पोलिटिकल स्टंट है। ये उन्होंने अपनी जिहड़ा एक उन्हों की सियासी ग्राउंड खो चुकी है, उन्होंने वापस खोजन की कोशिश की है, जिहदे च बहुत ज़्यादा नाकाम सिद्ध होंगे।
ਕਿਉਂਕਿ ਇੱਕ ਸਿਰਫ ਕਿਸਾਨ ਵਿਰੋਧੀ ਹੋਣ ਦਾ ਚਿਹਰਾ ਹੀ ਨਹੀਂ ਅਕਾਲੀ ਦਲ ਦਾ ਸਾਹਮਣੇ ਆਇਆ। ਇਸ ਤੋਂ ਪਹਿਲਾਂ ਪੰਥ ਵਿਰੋਧੀ ਹੋਣ ਦਾ ਚਿਹਰਾ ਵੀ, ਚਾਹੇ ਉਹ ਬਾਈਬਲ ਕਰਾਂ ਕਾਂਡ ਆ ਜਾਂ ਉਸ ਤੋਂ ਬਾਅਦ ਸਾਡੇ ਪਵਿੱਤਰ ਗ੍ਰੰਥ ਜਿਹੜੇ ਸਰੂਪ ਜਿਹੜੇ ਨੇ ਉਹਨਾਂ ਦੀ ਚੋਰੀ ਦਾ ਮਸਲਾ ਵਾ, ਕਿਉਂਕਿ ਚੋਰੀ ਕਵਾਂਗੇ ਬੜੀ ਨਮੋਸ਼ੀ ਵਾਲੀ ਗੱਲ ਹੈ ਜੀ। ਇਹ ਸਾਰਾ ਕੁਝ ਇਹਨਾਂ ਦੇ ਰਾਜਕਾਲ ਦੇ ਵਿੱਚ ਹੋਇਆ ਔਰ ਲੋਕਾਂ ਨੇ ਇਹਨਾਂ ਨੂੰ ਕਦੀ ਮਾਫ ਨਹੀਂ ਕਰਨਾ। ਔਰ ਇਹ ਸਿਰਫ ਉਹ ਇੱਕ ਆਪਣੀ ਗਰਾਊਂਡ, ਸਿਆਸੀ ਗਰਾਊਂਡ ਨੂੰ ਖੋਜਣ ਦਾ ਕਰਕੇ ਇਹਨਾਂ ਨੇ ਇਹ ਇੱਕ ਪੈਂਤਰਾ ਜਿਹੜਾ ਇਹ ਦੁਬਾਰਾ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਕਿਸਾਨਾਂ 'ਚ, ਇਹ ਪੰਜਾਬੀਆਂ 'ਚ ਔਰ ਇਹ ਜਿਹੜਾ ਵੀ ਤੁਸੀਂ ਕਹਿ ਲਓ ਕਿ ਸਾਡਾ ਧਰਮ ਆ, ਇਹ ਹਰ ਪੱਖੋਂ ਆਪਣੀ ਗਰਾਊਂਡ ਖੋ ਚੁੱਕੇ ਨੇ। ਔਰ ਮੈਂ ਨਹੀਂ ਸਮਝਦਾ ਕਿ ਅਕਾਲੀ ਦਲ ਦਾ ਕੋਈ ਆਧਾਰ ਪੰਜਾਬ 'ਚ ਬਚੇਗਾ। ਰਿੰਟੂ ਜੀ, ਇੱਕ ਹੋਰ ਗੱਲ ਹੈ, ਜਿਸ ਤਰ੍ਹਾਂ ਇਸ ਅਸਤੀਫੇ ਤੋਂ ਬਾਅਦ ਪਰਮਿੰਦਰ ਢੀਂਡਸਾ ਜੀ ਨੇ ਬਿਆਨ ਦਿੱਤਾ ਹੈ ਕਿ ਬੀਜੇਪੀ ਨੇ ਅਕਾਲੀ ਦਲ ਨੂੰ ਸ਼ੀਸ਼ਾ ਦਿਖਾਇਆ ਹੈ। ਕਿਆ ਤੁਸੀਂ ਕੀ ਸਮਝਦੇ ਹੋ? ਦੇਖੋ ਜੀ, ਸ਼ੀਸ਼ਾ ਦਿਖਾਇਆ ਕਿੰਨੇ ਦਿਖਾਇਆ, ਇਹ ਗੱਲਾਂ ਸਿਆਸੀ ਨੇ, ਇਹ ਸਿਆਸੀ ਬਿਆਨਬਾਜ਼ੀ ਆ, ਸਾਰੇ ਗਰੁੱਪਾਂ ਨੇ ਇੱਕ ਦੂਜੇ ਤੇ ਕਰਨੀ ਆ ਜੀ। ਪਰ ਜੋ ਪੰਜਾਬ ਦੀ ਕਿਸਾਨੀ ਦੇ ਨਾਲ ਵਾਪਰਿਆ, ਜਿਹੜੇ ਇਹ ਬਿੱਲ ਕਾਲੇ ਕਾਨੂੰਨ ਪਾਸ ਹੋਏ ਨੇ ਜਿਹਦੇ ਖਿਲਾਫ ਕਾਂਗਰਸ ਨੇ, ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਡਟ ਕੇ ਸਟੈਂਡ ਲਿਆ। ਪਰ ਇਹ ਮੈਂ ਸਮਝਦਾ ਕਿ ਇਹ ਕਾਲਾ ਦਿਨ ਸਾਬਤ ਹੋਇਆ ਜਿਹੜੇ ਇਹ ਕਿਸਾਨੀ ਦੇ ਖਿਲਾਫ, ਕਿਉਂਕਿ ਪੰਜਾਬ ਦੀ ਬੈਕਬੋਨ ਇਕੋਨਮੀ ਦੀ, ਸਾਡੀ ਜਿਹੜੀ ਅਗਰੇਰੀਅਨ ਇਕੋਨਮੀ ਹੈ, ਇਹ ਅਨਾਜ ਤੋਂ ਆ ਜੀ। ਔਰ ਜਿਸ ਤਰੀਕੇ ਦੇ ਨਾਲ ਇਹ ਬੀਜੇਪੀ ਸਰਕਾਰ ਨੇ ਪੰਜਾਬ ਤੇ ਪੰਜਾਬੀਅਤ ਤੇ ਔਰ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ਦੇ ਬਿੱਲ ਲਿਆਂਦੇ ਨੇ ਜੀ, ਇਸ ਤੋਂ ਵੱਡਾ ਇਹ ਪੰਜਾਬ ਨੂੰ ਫਾਈਨੈਂਸ਼ਲੀ ਜਿਹੜੀ ਐਡੀ ਵੱਡੀ ਮਾਰ ਮਾਰੀ ਗਈ ਹੈ, ਇਹ ਮੈਂ ਸਮਝਦਾ ਕਿ ਇਸ ਤੋਂ ਵੱਡੀ ਦੁਸ਼ਮਣੀ ਬੀਜੇਪੀ ਕਦੀ ਵੀ ਪੰਜਾਬੀਆਂ ਨਾਲ ਨਹੀਂ ਕੱਟ ਸਕਦੀ ਜਿਹੜੀ ਇਹਨਾਂ ਨੇ ਕੱਟੀ ਹੈ। ਜੀ, ਧੰਨਵਾਦ ਸਰ ਜੀ। ਮੈਂ ਪਬਲਿਕ ਦਿਲਾਸਾ ਚੈਨਲ ਤੋਂ ਰਾਜੇਸ਼ ਅਰੋੜਾ ਬੋਲ ਰਿਹਾ ਜੀ। ਮੇਰੀ ਗੱਲ ਪਰਮਜੀਤ ਬੱਤਰਾ ਜੀ ਨਾਲ ਹੋ ਰਹੀ ਹੈ? ਹਾਂਜੀ, ਬਿਲਕੁਲ ਹੋ ਰਹੀ ਹੈ ਜੀ ਅਰੋੜਾ ਸਾਹਿਬ। ਹਾਂ ਬੱਤਰਾ ਜੀ, ਜਿਸ ਤਰ੍ਹਾਂ ਕੱਲ ਰਾਤ ਨੂੰ, ਦੇਰ ਰਾਤ ਨੂੰ ਹਰਸਿਮਰਤ ਕੌਰ ਜੀ ਨੇ ਆਪਣੇ ਮੰਤਰੀ ਪਦ ਤੋਂ ਅਸਤੀਫਾ ਦਿੱਤਾ ਹੈ, ਤੇ ਤੁਸੀਂ ਇਹਨੂੰ ਬਤੌਰ ਕਾਂਗਰਸੀ ਕਿਸ ਤਰ੍ਹਾਂ ਲੈ ਰਹੇ ਹੋ? ਦੇਖੋ ਜੀ, ਸਭ ਤੋਂ ਪਹਿਲਾਂ ਤੇ ਅਰੋੜਾ ਸਾਹਿਬ ਗੱਲ ਇਹ ਹੈਗੀ ਆ ਵੀ ਇਹਨਾਂ ਨੇ ਜਿਹੜਾ ਰਾਤੀ ਰਾਜਨੀਤਿਕ ਜਿਹੜਾ ਇਹਨਾਂ ਨੇ ਸਟੰਟ ਖੇਡਿਆ ਆ, ਇਹ ਜਿਹੜੇ ਨਾ ਲੋਕ ਜਿਹੜੇ ਆ ਉਹ ਭਲੀ ਭਾਂਤ ਜਾਣਦੇ ਨੇ ਜੀ। ਜੀ, ਇਹਨਾਂ ਨੇ ਅੱਜ ਤੋਂ 3 ਮਹੀਨੇ ਪਹਿਲੋਂ, ਜੋ ਮੈਂ ਸਮਝਦਾ ਆ ਜੀ, 3 ਮਹੀਨੇ ਪਹਿਲੋਂ ਇਹਨਾਂ ਨੇ ਜਦੋਂ ਆ ਬੀਜੇਪੀ ਦੇ ਜਿਹੜੇ ਆ ਬਣੇ ਫਿਰਦੇ ਨੇ ਭਾਈਵਾਲ, ਹਰ ਮਾੜੇ ਚੰਗੇ ਕੰਮ ਦੇ ਵਿੱਚ ਉਹਨਾਂ ਦੇ ਨਾਲ ਨੇ ਜੀ। ਜੀ, ਇਹ ਉੱਤੋਂ ਲੋਕਾਂ ਨੂੰ ਸ਼ਦਾਈ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ। ਲੇਕਿਨ ਅੱਜ ਕੱਲ੍ਹ ਜਿਹੜਾ ਬੱਚਾ ਹੈ ਨਾ ਜੀ, ਉਹ ਇਸ ਚੀਜ਼ ਨੂੰ ਸਮਝਦਾ ਆ ਜੀ। ਔਰ ਖਾਸ ਤੌਰ ਤੇ ਸਾਡੇ ਜਿਹੜੇ ਕਿਸਾਨ ਭਰਾ ਵੀ ਨੇ, ਉਹਨਾਂ ਨੇ ਵੀ ਇਸ ਚੀਜ਼ ਨੂੰ ਸਮਝ ਲਿਆ ਕਿ ਜੋ ਇਹਨਾਂ ਨੇ 3 ਮਹੀਨੇ ਪਹਿਲਾਂ ਆਪਣੇ ਬਿਆਨ ਦਿੱਤੇ ਸੀ ਜੀ, ਸੁਖਬੀਰ ਬਾਦਲ ਨੇ ਤੇ ਵੱਡੇ ਬਾਦਲ ਸਾਹਿਬ ਨੇ, ਵੀ ਇਹ ਬਿੱਲ ਜੀ ਬੜਾ ਵਧੀਆ ਆ ਜੀ। ਇਹਨਾਂ ਨੇ ਕੇਂਦਰ ਦੇ ਜਿਹੜੇ ਮੰਤਰੀ ਉਹ ਚੰਡੀਗੜ੍ਹ ਸੱਦ ਲਏ, ਇਹਨਾਂ ਨੇ ਕਹਿਤਾ ਜੀ ਆ ਜਿਹੜੇ ਇਹਨਾਂ ਨੇ 3 ਬਿੱਲ ਪਾਸ ਕਰਾਏ ਨੇ ਆਰਡੀਨੈਂਸ ਦੇ, ਜਿਹੜੇ ਉਹ ਬਿਲਕੁਲ ਹੀ ਜਿਹੜੇ ਕਿਸਾਨਾਂ ਦੇ ਉਲਟ ਨੇ। ਇਹ ਸਾਡੇ ਜਿਹੜੇ ਕਿਸਾਨ ਭਰਾ ਨਹੀਂ ਇਕੱਲੇ ਮਰਨੇ, ਇਹ ਸਾਰਾ ਜਿਹੜਾ ਸਿਸਟਮ ਹੈ ਪੰਜਾਬ ਦਾ ਹਿਲ ਜਾਣਾ ਹੈ ਜੀ। ਸਾਰੀ ਇਕਨੋਮਿਕ ਜਿਹੜੀ ਵੀ ਹੈਗੀ ਆ ਸਾਡੀ, ਉਹ ਇਸ ਕਿਸਾਨ ਦੇ ਉੱਤੇ ਡਿਪੈਂਡ ਕਰਦੀ ਆ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ 2 ਫਸਲਾਂ ਹੈ ਨਾ ਜੀ, ਇਹਦੇ ਉੱਤੋਂ ਹੀ ਸਾਰਾ ਕੁਝ ਆਉਂਦਾ ਆ ਜੀ। ਔਰ ਇਹਦਾ ਮਿਸਯੂਜ਼ ਹੋਣਾ ਆ, ਸਿੱਧੀ ਤੋਂ ਸਿੱਧੀ ਗੱਲ ਹੈਗੀ ਆ ਜੀ ਇਹ। ਔਰ ਇਹਨਾਂ ਨੇ ਜਿਹੜੀ ਹੈ ਜਿਹੜਾ ਇਹਨਾਂ ਨੇ ਅਸਤੀਫਾ ਰਾਤ ਨੂੰ ਤੁਸੀਂ ਜਿਹੜਾ ਮੈਨੂੰ ਸਵਾਲ ਕੀਤਾ ਆ ਜੀ, ਜਿਹੜਾ ਇਹਨਾਂ ਨੇ ਅਸਤੀਫਾ ਦਿੱਤਾ ਆ ਜੀ, ਇਹ ਇਹਨਾਂ ਨੇ ਤਾਂ ਦਿੱਤਾ ਕਿਉਂਕਿ ਲੋਕਾਂ ਦੇ ਵਿੱਚ ਹੁਣ ਰੋਸ, ਜਿਹੜਾ ਲੋਕੀ ਸੜਕਾਂ ਦੇ ਉੱਤਰ ਆਏ, ਇਹਨਾਂ ਨੇ ਦੇਖਿਆ ਵੀ ਅਸੀਂ ਇਹ ਜਿਹੜਾ ਫੈਸਲਾ ਹੈਗਾ, ਜਿਹੜੇ ਇਸ ਫੈਸਲੇ ਦੇ ਨਾਲ ਜਿਹੜੀ ਅਸੀਂ ਆਪਣੀ ਸਹਿਮਤੀ ਦਿੱਤੀ ਸੀ ਜੀ, ਉਹ ਅਸੀਂ ਦੇ ਕੇ ਗਲਤੀ ਕਰ ਲਈ ਬੜੀ ਵੱਡੀ। ਔਰ ਇਸ ਗਲਤੀ ਨੂੰ ਲੁਕਾਉਣ ਵਾਸਤੇ, ਇੱਕ ਸਿਰਫ ਵਿਖਾਵਾ ਦੇਣ ਵਾਸਤੇ ਇਹਨਾਂ ਨੇ ਹੁਣ ਜਿਹੜਾ ਆ ਕੇ ਇੱਕ ਰੋਸ ਵੇਖ ਕੇ ਲੋਕਾਂ ਦਾ, ਕਿਸਾਨ ਭਰਾਵਾਂ ਦਾ ਜੋ ਇਹਨਾਂ ਦੇ ਜਜ਼ਬਾਤ ਸੀ, ਉਹ ਵੇਖ ਕੇ ਇਹਨਾਂ ਨੇ ਹੁਣ ਮਜਬੂਰੀ ਨੂੰ ਇਸ ਤਰ੍ਹਾਂ ਕੀਤਾ। ਇਹਦੇ ਸਾਰੇ ਲੋਕ ਭਲੀ ਭਾਂਤ ਜਾਣਦੇ ਆ। ਪਰਮਜੀਤ ਜੀ, ਅਗਰ ਅਸੀਂ ਸਾਫ਼ ਜਾਣੀ ਤੇ ਇਹ ਯੂ ਟਰਨ ਕੇਵਲ ਰਾਜਨੀਤਿਕ ਯੂ ਟਰਨ ਹੈ? ਇਹ ਬਿਲਕੁਲ ਰਾਜਨੀਤਿਕ ਇਹਨਾਂ ਨੇ ਕੀਤਾ ਆ ਜੀ। ਇਹਦੇ ਵਿੱਚ ਕੋਈ ਹੋਰ ਕੁਝ ਵੀ ਨਹੀਂ ਗਾ ਆ। ਇਹ ਬੀਜੇਪੀ ਦੇ ਜਿਹੜੇ ਦੁਮਛੱਲੇ ਨੇ ਅਕਾਲੀ ਦਲ ਵਾਲੇ, ਇਹ ਉਹਨਾਂ ਦੇ ਇਸ ਵਕਤ ਉਹਨਾਂ ਦੇ ਮੁਹਤਾਜ ਹੋਏ ਨੇ ਜੀ। ਔਰ ਇਹਨਾਂ ਨੂੰ ਸਿਰਫ ਇੱਕ ਤੋਂ ਸਿਰਫ ਕੁਰਸੀ ਨਾਲ ਪਿਆਰ ਆ। ਇਹਨਾਂ ਨੂੰ ਸਾਡੇ ਪੰਜਾਬ ਨਾਲ, ਪੰਜਾਬੀਅਤ ਨਾਲ, ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਕਿਸਾਨਾਂ ਦੇ ਨਾਲ ਕੋਈ ਮੋਹ ਨਹੀਂ ਆ, ਕੋਈ ਪਿਆਰ ਨਹੀਂ ਆ। ਇਹਨਾਂ ਨੇ ਅੱਗੇ ਵੀ ਇਹੋ ਕੁਝ ਕੀਤਾ ਆ। ਔਰ ਅੱਜ ਕੱਲ੍ਹ ਜੋ ਵੀ ਲੋਕ ਨੇ, ਇਹ ਸਮਝਦੇ ਆ ਵੀ ਉਹ ਪੁਰਾਣੀਆਂ ਗੱਲਾਂ ਇਹ ਭੁੱਲ ਜਾਣ, ਕਿਉਂਕਿ ਲੋਕ ਜਿਹੜੇ ਨੇ ਅੱਜ ਕੱਲ੍ਹ ਜਾਗਰੂਕ ਨੇ। ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਵੀ ਜਾਗਰੂਕ ਨੇ।
ਇਹ ਜੋ ਵੀ ਮਰਜ਼ੀ ਇਸ ਤਰ੍ਹਾਂ ਕਰ ਲੈਣ, ਲੋਕ ਹੁਣ ਇਹਨਾਂ ਨੂੰ ਬਿਲਕੁਲ ਸਿਰੇ ਤੋਂ ਨਕਾਰਦੇ ਨੇ ਔਰ ਇਹ ਸਾਰੀ ਚੀਜ਼ ਸਮਝਦੇ ਨੇ। ਧੰਨਵਾਦ ਜੀ। ਨਮਸਕਾਰ ਜੀ, ਮੈਂ ਪਬਲਿਕ ਦਿਲਾਸਾ ਚੈਨਲ ਤੋਂ ਰਾਜੇਸ਼ ਬੋਲ ਰਿਹਾ ਜੀ। ਮੇਰੀ ਗੱਲ ਦਿਨੇਸ਼ ਬੱਸੀ ਜੀ ਨਾਲ ਹੋ ਰਹੀ ਹੈ। ਹਾਂਜੀ ਹਾਂਜੀ। ਬੱਸੀ ਜੀ, ਜਿਸ ਤਰ੍ਹਾਂ ਕਿ ਕੱਲ ਦੇਰ ਰਾਤ ਹਰਸਿਮਰਤ ਕੌਰ ਜੀ ਨੇ ਅਸਤੀਫਾ ਦਿੱਤਾ ਮੰਤਰੀ ਪਦ ਤੋਂ, ਬਤੌਰ ਕਾਂਗਰਸੀ ਤੁਸੀਂ ਇਹਨੂੰ ਕਿਸ ਤਰ੍ਹਾਂ ਲੈ ਰਹੇ ਹੋ? ਕੀ ਪ੍ਰਤੀਕਿਰਿਆ ਤੁਹਾਡੀ ਇਹਦੇ ਉੱਤੇ? ਉਹ ਤੇ ਜੀ ਸਿਰਫ ਇੱਕ ਡਰਾਮਾ ਹੈ ਜੀ। ਉਹ ਤੇ ਬਿੱਟੂ ਜੀ ਨੇ ਔਰ ਸਾਡੇ MP ਔਜਲਾ ਜੀ ਨੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਮਜਬੂਰ ਕੀਤਾ ਕਿ ਤੁਸੀਂ ਪੰਜਾਬ ਦੇ ਵਿੱਚ ਤਦ ਹੀ ਜਾ ਸਕਦੇ ਹੋ ਕਿ ਜੇ ਇਸ ਬਿੱਲ ਦਾ ਵਿਰੋਧ ਕਰੋਗੇ। ਜੀ ਬੱਸੀ ਜੀ, ਅਗਰ ਉਹਨਾਂ ਨੇ ਆਪਣੀ ਸਿਆਸਤ ਨੂੰ ਬਚਾਉਣ ਲਈ ਇਹ ਦਿੱਤਾ ਅਸਤੀਫਾ, ਅਦਰਵਾਈਜ਼ ਜੇ ਇਹਨਾਂ ਨੇ ਛੱਡਣਾ ਤੇ ਇਹਨਾਂ ਨਾਲ ਗਠਬੰਧਨ ਛੱਡਣ ਜੀ ਆਪਣਾ। ਜੀ ਜੀ ਜੀ, ਯਾਨੀ ਕਿ ਇਹ ਆਪਾਂ ਕਹਿ ਸਕਦੇ ਯੂ ਟਰਨ ਜਿਹੜਾ ਉਹ ਰਾਜਨੀਤਿਕ ਯੂ ਟਰਨ ਹੈ। ਬਿਲਕੁਲ ਬਿਲਕੁਲ 100% ਜੀ। ਜੀ, ਔਰ ਇੱਕ ਪ੍ਰਸ਼ਨ ਹੋਰ ਜਾਨਣਾ ਚਾਹੁੰਦਾ, ਪਰਮਿੰਦਰ ਢੀਂਡਸਾ ਜੀ ਨੇ ਵੀ ਇਹਦੇ ਉੱਤੇ ਆਪਣਾ ਪ੍ਰਤੀਕਿਰਿਆ ਦਿੱਤੀ ਹੈ ਕਿ BJP ਨੇ ਅਕਾਲੀ ਦਲ ਨੂੰ ਸ਼ੀਸ਼ਾ ਦਿਖਾਇਆ ਹੈ। ਕਹਿ ਸਕਦੇ ਆ ਜੀ ਇਹਨਾਂ ਨੂੰ ਸ਼ੀਸ਼ਾ ਦਿਖਾਇਆ, ਲੇਕਿਨ ਉਹਨਾਂ ਦਾ ਇੰਟਰਨਲ ਮਾਮਲਾ ਹੈ ਆਪਸ 'ਚ। ਲੇਕਿਨ ਮੈਂ ਸਮਝਦਾ ਵਾਂ ਕਿ ਜੋ ਮੈਡਮ ਹਰਸਿਮਰਤ ਕੌਰ ਜੀ ਨੇ ਕੀਤਾ ਜਸਟ ਡਰਾਮਾ ਹੈ ਜੀ। ਛੱਡ ਕੇ ਆਣ ਆਪਣਾ ਗਠਬੰਧਨ ਤੋੜਨ, ਫਿਰ ਅਸੀਂ ਮੰਨੀਏ ਕਿ ਕਿਸਾਨਾਂ ਦੇ ਹਿਤੈਸ਼ੀ ਹੈ ਜੀ। ਕੁਰਸੀ ਵੀ ਨਹੀਂ ਛੱਡਣੀ ਜੀ ਔਰ ਗੱਲਾਂ ਵੀ ਕਰਨੀਆਂ, ਇਸ ਤਰ੍ਹਾਂ ਨਹੀਂ ਕਰ ਸਕਦੇ। ਨਹੀਂ, ਕੁਰਸੀ ਤੇ ਛੱਡਤੀ ਹੈ ਬੱਸੀ ਜੀ। ਨਹੀਂ ਇਹ ਕਿਹੜੀ ਕੁਰਸੀ ਜੀ ਛੱਡਣ, ਗਠਬੰਧਨ ਛੱਡਣ ਆਪਸ। ਜੀ 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 ਜੀ, ਧੰਨਵਾਦ ਜੀ, ਧੰਨਵਾਦ ਜੀ। ਮੈਂ ਪਬਲਿਕ ਦਿਲਾਸਾ ਚੈਨਲ ਤੋਂ ਰਾਜੇਸ਼ ਅਰੋੜਾ ਬੋਲ ਰਿਹਾ ਜੀ। ਜਤਿੰਦਰ ਸੋਨੀਆ ਜੀ ਬੋਲ ਰਹੇ ਨੇ ਜੀ। ਜੀ ਅਰੋੜਾ ਜੀ। ਜੀ ਸੋਨੀਆ ਜੀ, ਜਿਸ ਤਰ੍ਹਾਂ ਕਿ ਹਰਸਿਮਰਤ ਕੌਰ ਜੀ ਨੇ ਆਪਣੇ ਕੈਬਨਿਟ ਮੰਤਰੀ ਤੋਂ ਪਦ ਤੋਂ ਅਸਤੀਫਾ ਦਿੱਤਾ ਹੈ ਤੇ ਬਤੌਰ ਕਾਂਗਰਸੀ ਤੁਸੀਂ ਇਹਨੂੰ ਕਿਸ ਤਰ੍ਹਾਂ ਲੈ ਰਹੇ ਹੋ? ਕੀ ਪ੍ਰਤੀਕਿਰਿਆ ਤੁਹਾਡੀ ਇਹਦੇ ਉੱਤੇ? ਦੇਖੋ ਅਰੋੜਾ ਜੀ, ਗੱਲ ਹੈ ਕਿ ਇਹ ਸਿਰਫ ਇੱਕ ਡਰਾਮੇਬਾਜ਼ੀ ਹੈ ਹਰਸਿਮਰਤ ਦੀ ਜੀ। ਹੋਰ ਕੁਝ ਨਹੀਂ ਇਸ ਤੋਂ ਸਿਵਾਏ ਜੀ, ਕਿਉਂਕਿ ਉਹ ਡਰਾਮੇਬਾਜ਼ੀ ਕਰਕੇ ਦਿਖਾਣਾ ਚਾਹੁੰਦੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ। ਨਹੀਂ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਹਾਂ ਬਿਲਕੁਲ, ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਇਸ ਕੁਰਸੀ ਤੋਂ ਤਿਆਗ ਪੱਤਰ ਦੇਣੀ ਆ, ਤਾਂ ਕਿਆ ਵਾਸਤਵ ਦੇ ਵਿੱਚ ਉਹ ਕਿਸਾਨਾਂ ਦੇ ਹੱਕ 'ਚ ਹੈ ਪਾਰਟੀ? ਸਿਰਫ ਉਹ ਡਰਾਮੇਬਾਜ਼ੀ ਹੈ ਜੀ। ਉਹਨਾਂ ਨੂੰ ਪਤਾ ਹੈ ਕਿ 1 ਸਾਲ ਰਹਿ ਗਿਆ ਇਲੈਕਸ਼ਨ ਨੂੰ, ਅਸੀਂ ਮੁੜ ਕੇ ਲੋਕਾਂ ਕੋਲ ਕਿਹੜੇ ਮੂੰਹ ਨਾਲ ਜਾਣਾ ਹੈ। ਜੀ, ਇਹ ਸਿਰਫ ਡਰਾਮੇਬਾਜ਼ੀ ਕਰ ਰਹੇ, ਹੋਰ ਕੁਝ ਨਹੀਂ ਹੈ ਜੀ। ਔਰ ਜਿਸ ਤਰ੍ਹਾਂ ਪਰਮਿੰਦਰ ਢੀਂਡਸਾ ਜੀ ਨੇ ਵੀ ਕਿਹਾ ਹੈ ਕਿ BJP ਨੇ ਅਕਾਲੀ ਦਲ ਨੂੰ ਇਹ ਸ਼ੀਸ਼ਾ ਦਿਖਾਇਆ ਹੈ। ਤੇ ਤੁਹਾਡਾ ਕੀ ਕਹਿਣਾ ਕਿ ਵਾਕਈ BJP ਨੂੰ ਅੱਜ ਅਕਾਲੀ ਦਲ ਦੀ ਲੋੜ ਨਹੀਂ? ਵੇਖੋ ਮੇਰੀ ਗੱਲ ਸੁਣੋ, ਇਹ ਤਾਂ ਆਪਸ ਵਿੱਚ ਦੋਨੋਂ ਪਾਰਟੀਆਂ ਅੰਦਰ ਖਾਤੇ ਤੇ ਇਹ ਜਿਹੜੀਆਂ ਨੇ ਆਪਸ ਦੇ ਵਿੱਚ ਇਹਨਾਂ ਦੀ ਇੱਕ ਦੂਜੇ ਨਾਲ ਲਾਗਤਬਾਜ਼ੀ ਹੈ ਹੀ ਹੈ ਜੀ। ਲੋਕਾਂ ਨੂੰ ਦਿਖਾਉਣ ਵਾਸਤੇ ਇਹਨਾਂ ਦਾ ਡਰਾਮਾ ਕੁਝ ਹੋਰ ਹੈ, ਅੰਦਰ ਖਾਤੇ ਕੁਝ ਹੋਰ ਹੈ। ਜੀ, ਧੰਨਵਾਦ ਜੀ, ਧੰਨਵਾਦ।